ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਸੁਸ਼ੋਭਿਤ ਹਨ। ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਦੂਰਾਂ ਦੁਰਾਡਿਆਂ ਤੋਂ ਚੱਲ ਕੇ ਬੇਅੰਤ ਸਿੰਘ ਸੰਗਤਾਂ ਗੁਰੂ ਦਰਬਾਰਾਂ ਵਿੱਚ ਪਹੁੰਚਦੀਆਂ ਹਨ। ਇਸੇ ਤਰ੍ਹਾਂ ਦਿੱਲੀ ਦੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਨਗਰੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਈ। ਸਤਿਗੁਰਾਂ ਦਿੱਲੀ ਦਾ ਪ੍ਰਸੰਗ ਸੰਗਤ ਨੂੰ ਪੁੱਛਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਸੰਬੰਧੀ ਸੰਗਤਾਂ ਦੱਸਿਆ। ਉਹਨਾਂ ਦੇ ਪਾਵਨ ਧੜ ਦੇ ਅੰਤਮ ਦਾਹ ਸੰਸਕਾਰ ਦੇ ਬਾਬਤ ਲਖੀ ਸ਼ਾਹ ਵਣਜਾਰੇ ਨੇ ਦੱਸਿਆ। ਇਸੇ ਤਰ੍ਹਾਂ ਫਿਰ ਨਰੰਗੇ ਦੇ ਬਾਬਤ ਸਤਿਗੁਰਾਂ ਪੁੱਛਿਆ ਤੇ ਦੱਸਿਆ ਦਿੱਲੀ ਦੀ ਸੰਗਤ ਨੇ ਕਿ ਜਦੋਂ ਦਾ ਸਤਿਗੁਰਾਂ ਨੂੰ ਸ਼ਹੀਦ ਕੀਤਾ ਨਰੰਗੇ ਨੇ, ਉਦੋਂ ਦਾ ਦਿੱਲੀ ਰਾਤ ਨਹੀਂ ਰਹਿ ਪਾਇਆ। ਉਦੋਂ ਦਾ ਇਹ ਕਦੇ ਕਿਤੇ ਤੇ ਕਦੇ ਕਿਤੇ ਰਾਤ ਕੱਟਦਾ। ਤੇ ਇਸੇ ਤਰ੍ਹਾਂ ਇੱਕ ਦਿਨ ਦੀ ਗੱਲ ਹੈ ਕਿ ਇੱਕ ਸਾਧੂ ਨਾਲ ਇਹਦੀ ਭੇਟ ਹੋਈ। ਉਹਨੂੰ ਇਹਨੇ ਪੁੱਛਿਆ ਕਿ ਦਿੱਲੀ ਮੈਂ ਵਸ ਸਕਦਾ, ਕੋਈ ਜੁਗਤੀ ਹੋ ਸਕਦੀ ਹੈ। ਉਹਨੇ ਵੀ ਆਪਣੀ ਕਰਾਮਾਤ ਦੇ ਬਲ ਨਾਲ ਜਾਣ ਕੇ ਕਿ ਭਾਈ ਮਤੀ ਦਾਸ ਜੀ ਨਰੰਗੇ ਤੇ ਬੜੇ ਕਰੋਪਤ ਹੈ, ਆਪਣੇ ਹੱਥ ਖੜੇ ਕਰਦਿਆਂ ਕਿਹਾ ਕਿ ਇਹਦਾ ਕੋਈ ਉਪਾਅ ਯਤਨ ਨਹੀਂ ਹੈ, ਤੂੰ ਦਿੱਲੀ ਛੱਡ ਦੇ ਤੇ ਤੇਰਾ ਇਹਦੇ ਵਿੱਚ ਭਲਾ ਭਾਵ ਕੁਝ ਸਮਾਂ ਅਧਿਕ ਜੀ ਲਵੇਂਗਾ, ਅਨਿਆਥਾ ਦਿੱਲੀ ਵਿੱਚ ਤੇਰੀ ਜਿਹੜੀ ਹੈ ਉਹ ਹੁਣ ਰਹਿਣ ਦੀ ਸੰਭਾਵਨਾ ਕੋਈ ਨਹੀਂ। ਸੋ ਜਿਸ ਕਾਰਨ ਉਹਨੇ ਗੋਲਕੁੰਡਾ ਰਿਆਸਤ ਦੇ ਉੱਪਰ ਚੜ੍ਹਾਈ ਕਰਕੇ ਜਾ ਰਿਹਾ। ਸਤਿਗੁਰਾਂ ਪੁੱਛਿਆ ਗੋਲਕੁੰਡਾ ਰਿਆਸਤ ਦੇ ਉੱਪਰ ਚੜ੍ਹਾਈ ਕਰਕੇ ਜਾਣ ਦਾ ਇਹਦਾ ਕਾਰਨ ਕੀ, ਕਿਉਂ ਜਾ ਰਿਹਾ? ਤਾਂ ਦਿੱਲੀ ਦੀ ਸੰਗਤ ਨੇ ਦੱਸਿਆ ਸਤਿਗੁਰੂ ਜੀ ਇਹਦਾ ਪਿਓ ਸ਼ਾਹਜਹਾਂ, ਜਿਹਨੂੰ ਇਹਨੇ ਕੈਦ ਕਰਕੇ ਤੇ ਜਬਰਨ ਦਿੱਲੀ ਦਾ ਤਖਤ ਜਿਹੜਾ ਉਹ ਸੰਭਾਲਿਆ। ਤੇ ਇਹਦਾ ਪਿਓ ਸ਼ਾਹਜਹਾਂ ਨੂੰ ਸਮਝਾਉਂਦਾ ਸੀ ਕਿ ਦੋ ਚਾਰ ਗੱਲਾਂ ਜਿਹੜੀਆਂ ਇਹਨਾਂ ਦੇ ਉੱਤੇ ਪ੍ਰਪੱਕ ਰਵੀਂ, ਇਹ ਗੱਲਾਂ ਨਾ ਕਰੀ ਤੇ ਤੇਰਾ ਸ਼ਾਸਨ ਸਹੀ ਚੱਲੇਗਾ। ਤੇ ਇਹਨੇ ਕੋਈ ਗੱਲ ਮੰਨੀ ਨਹੀਂ। ਸ਼ਾਹਜਹਾਂ ਨੇ ਕਿਹਾ ਸੀ ਕਿ ਆਪਣੇ ਸਿਪਾਹੀਆਂ ਦੀ ਤਨਖਾਹ ਨਾ ਘਟਾਵੀਂ, ਤਨਖਾਹ ਘਟਾਵੇਂਗਾ ਤੇ ਉਹਨਾਂ ਦੇ ਗਾਂ ਪਰਿਵਾਰ ਦਾ ਗੁਜ਼ਰ ਨਹੀਂ ਸਹੀ ਹੋਣਾ। ਗੁਜ਼ਰ ਸਹੀ ਨਹੀਂ ਹੋਵੇਗਾ ਤੇ ਨਿਆਣੇ ਪੜ੍ਹ ਨਹੀਂ ਪਾਉਣਗੇ, ਨਿਆਣੇ ਵਿਦਿਆ ਨਹੀਂ ਹਾਸਲ ਕਰ ਸਕਣਗੇ ਤੇ ਰਾਜ ਦੇ ਵਿੱਚ ਅਨਪੜ੍ਹਤਾ ਜਿਹੜੀ ਉਹ ਛਾ ਜਾਵੇਗੀ। ਅਨਪੜ੍ਹਤਾ ਕਾਰਨ ਰਾਜ ਖੁੱਸ ਜਾਵੇਗਾ। ਸੋ ਸਿਪਾਹੀਆਂ ਦੀ ਤਨਖਾਹ ਨਾ ਘਟਾਵੇਂ, ਇਹਨੇ ਉਹ ਵੀ ਘਟਾ ਦਿੱਤੀ। ਸ਼ਾਹਜਹਾਂ ਨੇ ਕਿਹਾ ਸੀ ਕਿ ਜਬਰਨ ਕਿਸੇ ਨੂੰ ਮੁਸਲਮਾਨ ਬਣਾਉਣ ਵਾਸਤੇ ਬਣਨ ਵਾਸਤੇ ਮਜਬੂਰ ਨਾ ਕਰੇ। ਜਿਸ ਵੀ ਧਰਮ ਵਿੱਚ ਕੋਈ ਹੈ ਸਾਰਿਆਂ ਨੂੰ ਆਪਣੀ ਪਰਜਾ ਸਮਝ ਕੇ ਸਾਰਿਆਂ ਦੀ ਪਰਵਰਿਸ਼ ਕਰੇ ਤੇ ਕਿਸੇ ਦੇ ਵਿਰੁੱਧ ਨਾ ਚੱਲੀ। ਪਰ ਇਹਨੇ ਜਬਰਨ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਵੀ ਗੱਲ ਦੀ ਪੱਕੀ ਕੀਤੀ ਸੀ ਕਿ ਜਿਹੜਾ ਗੋਲਕੁੰਡਾ ਰਿਆਸਤ ਦਾ ਰਾਜਾ ਹੈ ਤਾਨੇਸ਼ਾਹ, ਉਹਦੇ ਤੇ ਚੜ੍ਹਾਈ ਕਰਕੇ ਨਾ ਜਾਵੇਂ। ਤੇ ਉਹਦੇ ਤੇ ਵੀ ਚੜ੍ਹਾਈ ਕਰਕੇ ਜਾਣ ਨੂੰ ਤਿਆਰ ਹੋਇਆ ਪਿਆ। ਗੱਲ ਇਸ ਤਰ੍ਹਾਂ ਬਣੀ ਕਿ ਤਾਨੇਸ਼ਾਹ ਦੀ ਉਂਗਲੀ ਦੇ ਵਿੱਚ ਜਿਹੜੀ ਛਾਪ ਹੈ ਉਹਦੇ ਵਿੱਚ ਬੇਸ਼ਕੀਮਤੀ ਹੀਰਾ ਜੜਿਆ ਹੋਇਆ। ਇਹਨੂੰ ਪਤਾ ਲੱਗਾ ਜੌਹਰੀਆਂ ਦੁਆਰਾ ਬੜਾ ਕੀਮਤੀ ਉਸ ਹੀਰੇ ਨੂੰ ਹਾਸਲ ਕਰਨ ਵਾਸਤੇ ਤੇ ਨਾਲੇ ਬਹਾਨਾ ਬਣਾ ਕੇ ਕਿ ਮੈਂ ਮੁਹਿੰਮ ਨੂੰ ਜਾ ਰਿਹਾ, ਦਿੱਲੀ ਵਿੱਚ ਤੇ ਰਹਿ ਨਹੀਂ ਸੀ ਸਕਦਾ, ਤਾਂ ਹੁਣ ਦੱਖਣ ਵੱਲ ਨੂੰ ਇਹ ਚੜ੍ਹਾਈ ਕਰਕੇ ਜਾ ਰਿਹਾ ਹੈ ਤਾਨੇਸ਼ਾਹ ਦੇ ਉੱਪਰ ਗੁਜਰਾਤ ਵਿੱਚ। ਪਤਾ ਨਹੀਂ ਵਾਪਸ ਮੁੜਦਾ ਹੈ ਕਿ ਨਹੀਂ ਮੁੜਦਾ। ਇਸ ਤਰ੍ਹਾਂ ਇਹ ਦਿੱਲੀ ਦਾ ਪ੍ਰਸੰਗ ਦਿੱਲੀ ਦੀ ਸੰਗਤ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਸਰਵਣ ਕਰਵਾਇਆ। ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਜਿਹੜੀ ਉਹ ਪ੍ਰਾਰੰਭ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ
ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣ ਕਰ ਸਤਿਗੁਰ ਸਹਿਜ ਸੁਭਾਏ। ਦਿੱਲੀ ਦੀ ਸੰਗਤ ਦੇ ਕੋਲੋਂ ਇਹ ਬਚਨ ਬਿਲਾਸ ਸਤਿਗੁਰਾਂ ਸੁਣੇ ਤੇ ਸੁਣ ਕੇ ਸੁਤੇ ਸਿੱਧ ਹੀ। ਕਹਿਓ ਨਹੀਂ ਅਬ ਆਵਨ ਪਾਏ। ਸਤਿਗੁਰੂ ਜੀ ਕਹਿਣ ਲੱਗੇ ਹੁਣ ਵਾਪਸ ਨਰੰਗਾ ਜਿਉਂਦਾ ਨਹੀਂ ਆਵੇਗਾ। ਬਹੁਤ ਬਰਖ ਕੋ ਹੋਏ ਹੰਗਾਮਾ। ਬਹੁਤ ਸਾਲ ਇਹ ਜੰਗ ਚੱਲੇਗਾ। ਜਿਹੜੀ ਮੁਹਿੰਮ ਨੂੰ ਦੱਖਣ ਵਿੱਚ ਜਾ ਰਿਹਾ ਹੈ, ਦੀਰਘ ਕਾਲ ਤੱਕ, ਬਹੁਤ ਸਾਲਾਂ ਤੱਕ ਲੰਮਾ ਯੁੱਧ ਚੱਲੇਗਾ। ਬੈ ਕੋ ਭੋਗ ਜਾਏ ਜਮ ਧਾਮਾ। ਇਹ ਆਪਣੀ ਉਮਰਾਂ ਨੂੰ ਭੋਗਦਿਆਂ ਫਿਰ ਜਮਾਂ ਦੇ ਧਾਮ ਨੂੰ ਜਾਵੇਗਾ। ਔਰੰਗਜ਼ੇਬ ਜਿਹੜਾ ਜਮਪੁਰੀ ਨੂੰ ਜਾਵੇਗਾ। ਮਤੀ ਦਾਸ ਸਤਿਗੁਰੂ ਦੀਵਾਨ। ਜੋ ਗੁਰੂ ਘਰ ਦਾ ਦੀਵਾਨ ਸੀ ਭਾਈ ਮਤੀ ਦਾਸ, ਤੇ ਸਤਿਗੁਰਾਂ ਦੇ ਚਰਨਾਂ ਦਾ ਅਨੰਨਿਆ ਪਿਆਰਾ ਸੇਵਕ ਸੀ। ਰਿਸਿਓ ਬਸਿਓ ਦਿੱਲੀ ਪੁਰ ਥਾਨ। ਉਹਨੂੰ ਇਹ ਨਿਆਰੇ ਨਾਲ ਚੁਰਾ ਕੇ ਸ਼ਹੀਦ ਕਰ ਦਿੱਤਾ। ਤੇ ਉਹ ਹੁਣ ਭਾਈ ਮਤੀ ਦਾਸ ਜੀ ਬੜੇ ਰਿਸੇ ਗੁੱਸੇ ਵਿੱਚ ਹੈ ਤੇ ਦਿੱਲੀ ਵਿੱਚ ਹੀ ਵਾਸ ਕਰ ਰਹੇ ਆ। ਸਤਿਗੁਰਾਂ ਦੀ ਸ਼ਹਾਦਤ ਦੇ ਕਾਰਨ ਨਰੰਗੇ ਤੋਂ ਉਹਨਾਂ ਦੀ ਬੜੀ ਕਰੋਪੀ ਹੈ। ਸੁਖ ਸੋ ਸੁਪਤ ਨਾ ਦੇਤ ਨਿਕੇਤ। ਭਾਈ ਮਤੀ ਦਾਸ ਜੀ ਇਹਨੂੰ ਸੁਖਪੂਰਵਕ ਨਕੇਤ ਘਰ ਵਿੱਚ ਸੌਣ ਨਹੀਂ ਦਿੰਦੇ। ਵਹਿਰ ਨਿਕਾਸਿਓ ਦੁਸ਼ਟ ਅਚੇਤ। ਇਹ ਜਿਹੜਾ ਦੁਸ਼ਟ ਨਰੰਗਾ ਤੇ ਅਚੇਤ ਬੇਸਮਝ ਹੈ, ਚੇਤਨਾ ਕੋਈ ਨਹੀਂ ਇਹਦੇ ਪਾਸ, ਬੇਸਮਝ ਹੈ, ਤੇ ਇਹਨੂੰ ਦਿੱਲੀ ਤੋਂ ਕੱਢ ਦਿੱਤਾ ਭਾਈ ਮਤੀ ਦਾਸ ਜੀ ਨੇ। ਸੋਨ ਸਭ ਸਭਾ ਬਚਨ ਗੁਰ ਕੇਰੇ। ਸਾਰੀ ਸਭਾ ਨੇ, ਸਾਰੀ ਸੰਗਤ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸੁਣੇ। ਬੰਦਾ ਹੈ ਨਮਰ ਹੋਏ ਤਿਸ ਬੇਰੇ। ਉਸ ਵੇਲੇ ਨਿਭ ਕੇ ਸਾਰੀ ਸੰਗਤ ਨੇ ਸਤਿਗੁਰਾਂ ਨੂੰ ਬੰਦਨਾ ਕੀਤੀ, ਗੁਰੂ ਚਰਨਾਂ ਤੇ ਨਮਸਕਾਰ ਕੀਤੀ। ਪ੍ਰਭ ਗਤ ਲਖੀ ਨਾ ਜਾਏ ਤੁਮਾਰੀ। ਸੰਗਤ ਕਹਿਣ ਲੱਗੀ, ਹੇ ਪ੍ਰਭੂ ਸਰੂਪ ਕਲਗੀਧਰ ਪਾਤਸ਼ਾਹ, ਆਪ ਜੀ ਦੀ ਜਿਹੜੀ ਗਤ ਹੈ, ਚਾਲ ਹੈ, ਮਰਜ਼ਾਦਾ, ਉਹ ਲਖੀ ਨਹੀਂ ਜਾਂਦੀ, ਜਾਣੀ ਨਹੀਂ ਜਾਂਦੀ। ਹਮ ਅਲਪਗ ਰਹੇ ਡਰ ਧਾਰੀ। ਅਸੀਂ ਅਲਪਗ ਜੀਵ ਹਾਂ, ਅਸੀਂ ਸ਼ਕਤੋਂ ਹੀਣੇ ਜੀਵ ਹਾਂ, ਤੇ ਕੀ ਵਿਚਾਰ ਕਰ ਸਕਦੇ ਹਾਂ। ਆਪ ਜੀ ਦੀ ਗਤ ਜਿਹੜੀ ਹੈ ਉਹ ਜਾਣਨ ਤੋਂ ਪਰੇ ਹੈ, ਤੇ ਅਲਪਗ ਹੋਣੇ ਨਾਤੇ ਆਪ ਜੀ ਦਾ ਡਰ ਭੈ ਧਾਰਨ ਕਰ ਰਹੇ ਹਾਂ। ਇਤਿਆਦਿਕ ਬਿਰਤੰਤ ਕੁਛ ਭਏ। ਇਤਿਆਦ ਹੋਰ ਜਿਹੜੇ ਬਿਰਤੰਤ ਹੈ, ਬਚਨ ਬਿਲਾਸ, ਉਹ ਸਤਿਗੁਰਾਂ ਨਾਲ ਹੋਏ। ਕੌਣ ਉਠ ਸਤਿਗੁਰ ਮੰਦਰ ਗਏ। ਉਪਰੰਤ ਕਲਗੀਧਰ ਪਾਤਸ਼ਾਹ ਜੀ ਨੇ ਦੀਵਾਨ ਬਰਖਾਸਤ ਕੀਤਾ ਤੇ ਉੱਠ ਕੇ ਪਾਤਸ਼ਾਹ ਸਤਿਗੁਰੂ ਜੀ ਤੇ ਆਪਣੇ ਮਹਿਲਾਂ ਵੱਲ ਨੂੰ, ਘਰ ਵੱਲ ਨੂੰ ਚਲੇ ਗਏ। ਸ਼ਸਤਰਨ ਕੋ ਅਭਿਆਸ ਕਨੇਰੇ। ਸ਼ਸਤਰਾਂ ਦਾ ਅਭਿਆਸ ਬੜਾ ਕਰਦੇ ਐ। ਦਿਨ ਪ੍ਰਤ ਲਾਗੇ ਕਰਨ ਵਡੇਰੇ। ਪ੍ਰਤੀ ਦਿਨ ਬਹੁਤ ਸ਼ਸਤਰਾਂ ਦਾ ਅਭਿਆਸ ਕਰਨ ਲੱਗ ਪਏ ਐ। ਲਵਪੁਰ ਤੇ ਕਮਾਨ ਅਨਵਾਵੈ। ਲਾਹੌਰ ਤੋਂ ਕਮਾਨਾਂ ਮੰਗਵਾਉਂਦੇ ਪਾਤਸ਼ਾਹ ਜੀ, ਕਲਗੀਧਰ ਪਾਤਸ਼ਾਹ ਜੀ ਲਾਹੌਰ ਤੋਂ ਧਨਖ ਜਿਹੜੇ ਐ ਤੇ ਤੀਰੋਂ ਮੰਗਵਾਉਂਦੇ ਐ। ਤਾਨ ਕਾਨ ਲਗ ਬਾਨ ਚਲਾਵੈ। ਇਹ ਧਨਖ ਦੀ ਪ੍ਰਤਿਅੰਚਾ ਨੂੰ ਕੰਨ ਤੱਕ ਤਾਣ ਕੇ, ਕੰਨ ਤੱਕ ਖਿੱਚ ਕੇ ਫਿਰ ਤੀਰ ਚਲਾਉਂਦੇ ਐ। ਕਰਿਓ ਖਾਕ ਤਦਾ ਸੁਧਰਾਏ। ਇੱਕ ਖਾਕ ਤਦਾ ਕਰਕੇ ਸੁਧਾਰਿਆ ਹੋਇਆ। ਖਾਕ ਤਦਾ ਕਿ ਮਿੱਟੀ ਗਿੱਲੀ ਕਰਕੇ ਤੇ ਉਹਦਾ ਉੱਚਾ ਜਿਹਾ ਢੇਰ ਬਣਾ ਕੇ ਸਾਹਮਣੇ ਰੱਖਿਆ ਹੋਇਆ।
ਉਹਨੂੰ ਖਾਕ ਤਦਾ ਕਿਹਾ। ਖਾਕ ਤਦਾ ਜਿਹੜਾ ਹੈ ਮਿੱਟੀ ਦਾ ਢੇਰ, ਉਹ ਸੁਧਾਰਿਆ ਹੋਇਆ ਬਣਾਇਆ ਹੋਇਆ ਹੈ। ਲੇਸ਼ ਪ੍ਰਵੇਸ਼ ਹੈ ਓਜ ਲਗਾਏ। ਓਜ ਲਗਾਏ, ਥੋੜਾ ਜਿਹਾ ਓਜ ਬਲ ਲਾ ਕੇ ਜਦੋਂ ਤੀਰ ਚਲਾਉਂਦੇ ਆ ਤੇ ਮਿੱਟੀ ਦੇ ਢੇਰ ਵਿੱਚ ਤੀਰ ਖੁੱਭ ਜਾਂਦਾ ਹੈ। ਗਹਿ ਕੁਵਾਦਾ ਐਂਚਨ ਕਰੈ। ਤੇ ਕੁਆਦਾ ਕਈ ਜਿਹੜੀਆਂ ਨਰਮ ਧਨਖਾਂ ਹਨਗੀਆਂ, ਬਹੁਤ ਜ਼ਿਆਦਾ ਸਖਤ ਨਹੀਂ। ਜਿਹੜੇ ਹਲੇ ਨਰਮ ਧਨਖਾਂ ਹਨਗੇ ਨਾ, ਉਹਨਾਂ ਨੂੰ ਕੁਆਦਾਂ ਨੂੰ, ਕਮਜ਼ੋਰ ਧਨਖਾਂ ਨੂੰ ਪਕੜ ਕੇ ਤੇ ਖਿੱਚ ਕੇ ਤੀਰ ਪ੍ਰਤਿਅੰਚਾਂ ਨੂੰ ਖਿੱਚ ਕੇ ਤੇ ਤੀਰ ਜਿਹੜੇ ਉਹ ਚਲਾਉਂਦੇ ਐ। ਬਾਰ ਬਾਰ ਬਰ ਬਰਕਸ ਧਰੈ। ਇਹ ਵਾਰੰਵਾਰ ਮੁਹਰ ਮੁਹੂ ਬਰਕਸ ਧਰੈ। ਇਉਂ ਸਤਿਗੁਰੂ ਜੀ ਕਸਰਤ ਕਹੀਏ ਅਭਿਆਸ ਕਰਦੇ। ਬਰਕਸ ਨਾਮ ਕਸਰਤ ਦਾ, ਕਸਰਤ ਕਹੀਏ ਅਭਿਆਸ ਦਾ। ਇਉਂ ਸਤਿਗੁਰੂ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਐ। ਦੂਰ ਦਰਾਜ਼ੀ ਤੀਰ ਪ੍ਰਹਾਰੈ। ਫਿਰ ਜਿਹੜੇ ਦੂਰ ਦਰਾਜੀ, ਦੂਰ ਤੱਕ ਜਾਣ ਵਾਲੇ ਜਿਹੜੇ ਤੀਰ ਹੈ, ਉਹ ਸਤਿਗੁਰੂ ਜੀ ਪ੍ਰਹਾਰ ਕੀਏ ਚਲਾਉਂਦੇ ਐ। ਧਰੈ ਹੈ ਨਿਸ਼ਾਨਾ ਤੱਕ ਤੱਕ ਮਾਰੈ। ਸਾਹਮਣੇ ਜਿਹੜਾ ਬਣਾਇਆ ਹੋਇਆ ਮਿੱਟੀ ਦਾ ਢੇਰ, ਉਹਦਾ ਨਿਸ਼ਾਨਾ ਸਾਧ ਕੇ ਤੇ ਉਧਰ ਨੂੰ ਤੀਰ ਤੱਕ ਕੇ ਚਲਾਉਂਦੇ ਐ। ਓਜ ਪ੍ਰਤਾਪ ਸ਼ਰੀਰ ਆਨੰਦ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਸਰੀਰ ਦਾ ਓਜ ਬਲ, ਸਤਿਗੁਰਾਂ ਦਾ ਤੇਜ ਪ੍ਰਤਾਪ, ਸਤਿਗੁਰਾਂ ਦਾ ਸਰੀਰ ਅਤੇ ਗੁਰੂ ਘਰ ਵਿੱਚ ਆਨੰਦ, ਇਹ ਜਿਹੜੀਆਂ ਚਾਰ ਚੀਜ਼ਾਂ ਬਲ, ਪ੍ਰਤਾਪ, ਸਰੀਰ ਅਤੇ ਆਨੰਦ, ਦਿਨ ਪ੍ਰਤ ਚਾਰਹੁ ਵਧੈ ਬਿਲੰਦ। ਇਹ ਚਾਰੋਂ ਚੀਜ਼ਾਂ ਪ੍ਰਤੀ ਦਿਨ ਬੜੀਆਂ ਵੱਧ ਰਹੀਆਂ ਹਨਗੀਆਂ। ਚਾਰੋਂ ਚੀਜ਼ਾਂ ਜਿਹੜੀਆਂ, ਸਤਿਗੁਰਾਂ ਦਾ ਸਰੀਰ ਵੱਧ ਰਿਹਾ, ਸਰੀਰ ਵਿੱਚ ਬਲ ਵੱਧ ਰਿਹਾ, ਸਤਿਗੁਰਾਂ ਦਾ ਤੇਜ ਪ੍ਰਤਾਪ ਵੱਧ ਰਿਹਾ ਤੇ ਗੁਰੂ ਘਰ ਵਿੱਚ ਆਨੰਦ ਖੁਸ਼ੀਆਂ ਖੇੜੇ ਵੱਧ ਰਹੇ ਹੈ। ਜਿਤਕ ਸੰਬੰਧੀ ਪ੍ਰੇਮ ਕਰਨ ਤੇ। ਜਿੰਨੇ ਕੁ ਸੰਬੰਧੀ ਗੁਰੂ ਘਰ ਨਾਲ ਤਥਾ ਸਤਿਗੁਰਾਂ ਨਾਲ ਪ੍ਰੇਮ ਕਰਨ ਵਾਲੇ ਹੈ, ਸੋ ਸਭ ਆਏ ਹਰਖ ਧਰਮ ਤੇ। ਉਹ ਸਾਰੇ ਬੜੀ ਖੁਸ਼ੀ ਨਾਲ ਆਉਂਦੇ ਆ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ। ਗੁਰ ਹਰ ਗੋਬਿੰਦ ਜੀ ਕੀ ਤਨਿਆ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਤਨੀਆ ਹੈ, ਜਿਹੜੀ ਪੁੱਤਰੀ ਹੈ, ਬੀਬੀ ਵੀਰੋ ਨਾਮ ਸੋ ਭਨੀਆ। ਜਿਹਦਾ ਨਾਮ ਬੀਬੀ ਵੀਰੋ ਭਨੀਆ ਨਾਮ ਕਹੀਦਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਸੁਪੁੱਤਰੀ ਬੀਬੀ ਵੀਰੋ। ਜਿਸ ਕੇ ਉਪਜੇ ਨੰਦਨ ਪੰਚ। ਜਿਹਦੇ ਘਰ ਵਿੱਚ 5 ਪੁੱਤਰ ਪੈਦਾ ਹੋਏ, ਭਾਈ ਜੀਤ ਮਲ ਸੰਗੋ ਸ਼ਾਹ ਆਦਿ ਕਰਕੇ ਆ 5 ਪੁੱਤਰ ਪੈਦਾ ਹੋਏ। 5 ਹੀ ਬੜੇ ਸੂਰਬੀਰ ਹੈ, ਬਹਾਦਰ ਹੈ। ਮਾਨੋ 5 ਪਾਂਡਵਾਂ ਨੇ ਬੀਬੀ ਵੀਰੋ ਦੇ ਘਰੇ ਜਨਮ ਲੈ ਲਿਆ। ਮਹਾਬੀਰ ਗੁਣ ਗਾਨ ਜਿਨ ਸੰਚ। ਬੜੇ ਵੱਡੇ ਵੀਰ ਬਹਾਦਰ ਹੋਏ ਤੇ ਜਿਨ੍ਹਾਂ ਵਿੱਚ ਸਮੂਹ ਗੁਣ ਜਿਹੜੇ ਆ ਉਹ ਸੰਚ ਕਹੀਏ ਇਕੱਤਰਤ ਹਨ। ਜਬ ਦਸਤਾਰ ਗੁਰੂ ਬੰਦਵਾਈ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਜਦੋਂ ਦਸਤਾਰ ਬੰਦੀ ਹੋਈ, ਗੁਰਤਾ ਦਾ ਤਿਲਕ ਹੋਇਆ, ਤਬ ਕੇ ਆਨ ਰਹੇ ਸ਼ਰਨਾਈ। ਤਦੋਂ ਤੋਂ ਇਹ 5 ਭਰਾ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਰਹਿਣ ਲੱਗ ਪਏ। ਗੁਰੂ ਜੀ ਦੇ ਭੂਆ ਦੇ ਪੁੱਤਰ ਹੈ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਭੈਣ ਹੈ ਨਾ ਬੀਬੀ ਵੀਰੋ। ਇਹ ਕਲਗੀਧਰ ਪਾਤਸ਼ਾਹ ਜੀ ਦੇ ਭੂਆ ਜੀ ਲੱਗੇ। ਭੂਆ ਜੀ ਦੇ ਪੁੱਤਰ ਜਿਹੜੇ 5 ਹੈ, ਇਹ ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ ਆ ਕੇ ਤੇ ਉਦੋਂ ਦੇ ਹੀ ਰਹਿ ਰਹੇ ਆ ਜਦੋਂ ਦਾ ਗੁਰਾਂ ਦੀ ਦਸਤਾਰਬੰਦੀ, ਗੁਰਤਾ ਦਾ ਤਿਲਕ ਹੋਇਆ। ਪ੍ਰਭੂ ਕਿਰਪਾਲ ਹੋਏ ਢਿਗ ਰਾਖੇ। ਤੇ ਕਿਰਪਾਲੂ ਹੋ ਕੇ ਸਤਿਗੁਰਾਂ ਨੇ ਆਪਣੇ ਭੂਆ ਦੇ ਪੁੱਤਰ ਭਰਾਵਾਂ ਨੂੰ ਆਪਣੇ ਕੋਲ ਰੱਖਿਆ। ਸ਼ਸਤਰਨ ਵਿਦਿਆ ਮਹਿ ਅਬਿਲਾਖੇ। ਜਿਹੜੇ ਸ਼ਸਤਰ ਵਿਦਿਆ ਦੇ ਅਭਿਲਾਖੀ ਹੈ, ਇੱਛੁਕ ਹੈ, ਸਤਿਗੁਰੂ ਜੀ ਵੀ ਸ਼ਸਤਰ ਵਿਦਿਆ ਜਿਹੜੀ ਹੈ ਉਹਦਾ ਅਭਿਆਸ ਕਰਦੇ। ਤੇ 5 ਭਰਾ ਭੂਆ ਦੇ ਪੁੱਤ
ਇਹ ਵੀ ਸ਼ਸਤਰ ਵਿਦਿਆ ਦਾ ਬੜਾ ਅਭਿਆਸ ਕਰਦੇ ਆ। ਸੂਰਜ ਮਲ ਕੇ ਨੰਦਨ ਦੋਏ। ਫਿਰ ਬਾਬਾ ਸੂਰਜਮਲ ਜੀ ਦੇ ਪੋਤਰੇ, ਦੋ ਪੋਤਰੇ ਗੁਲਾਬ ਰਾਏ ਸਿਆਮ ਦਾਸ, ਗੁਰ ਸਮੀਪ ਰਹਿਬੇ ਲਗ ਸੋਏ। ਉਹ ਵੀ ਕਲਗੀਧਰ ਪਾਤਸ਼ਾਹ ਜੀ ਦੇ ਸਮੀਪ ਹਜ਼ੂਰੀ ਵਿੱਚ ਆਨੰਦਪੁਰ ਸਾਹਿਬ ਨਗਰੀ ਰਹਿਣ ਲੱਗੇ। ਕਬ ਕਬ ਕੀਰਤ ਪੁਰ ਮਹਿ ਜਾਏ। ਕਦੇ ਕਦੇ ਕੀਰਤਪੁਰ ਸਾਹਿਬ ਨਗਰੀ ਵਿੱਚ ਜਾਂਦੇ ਗੁਲਾਬ ਰਾਏ ਸਿਆਮ ਦਾਸ। ਪਰਚੇ ਰਹਿ ਆਨੰਦਪੁਰ ਥਾਏ। ਅਨੇਥਾ ਬਹੁਤਾ ਸਮਾਂ ਸ੍ਰੀ ਆਨੰਦਪੁਰ ਸਾਹਿਬ ਨਗਰੀ ਵਿੱਚ ਹੀ ਸ਼ਸਤਰ ਵਿਦਿਆ ਅਭਿਆਸ ਤੇ ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ ਹੀ ਪਰਚੇ ਰਹਿੰਦੇ ਐ। ਕੀਤੇ ਸਿੱਖ ਸੇਵਕ ਢਿਗ ਰਹਿ। ਕਿੰਨੇ ਕੁ ਹੋਰ ਗੁਰਸਿੱਖ ਤੇ ਕਿੰਨੇ ਕੁ ਹੋਰ ਸੇਵਕ ਸਤਿਗੁਰਾਂ ਦੇ ਕੋਲ ਰਹਿੰਦੇ ਐ। ਜਨਮ ਸਫਲ ਗੁਰ ਦਰਸ਼ਨ ਲਹੈ। ਸਤਿਗੁਰਾਂ ਦੇ ਦਰਸ਼ਨਾਂ ਦੁਆਰਾ ਸਾਡਾ ਮਨੁੱਖਾ ਜਨਮ ਸਫਲ ਹੋ ਜਾਵੇਗਾ। ਇਸ ਤਰ੍ਹਾਂ ਲਹਿ ਨਾਮ ਜਾਣਦੇ ਆ ਤੇ ਗੁਰੂ ਹਜ਼ੂਰੀ ਵਿੱਚ ਰਹਿੰਦੇ ਆ। ਵਿਦਿਆ ਕਰੈ ਬੰਦੂਕਨ ਕੇਰੀ। ਕਦੇ ਬੰਦੂਕ ਵਿਦਿਆ ਦਾ ਅਭਿਆਸ ਕਰਦੇ ਆ, ਗੋਲੀ ਚਲਾਉਣੀ, ਨਿਸ਼ਾਨਾ ਸਾਧਨਾ, ਇਹਦਾ ਅਭਿਆਸ ਕਰਦੇ ਆ। ਗੋਲਕਾ ਹੱਥ ਹੈ ਲਾਸ਼ ਦੇ ਗੇਰੀ। ਸਾਹਮਣੇ ਜਿਹੜਾ ਲੱਛ ਲਖਸ਼ ਜਿਹੜਾ ਨਿਸ਼ਾਨਾ ਜਿਹੜਾ ਸ਼ਿਸ਼ਤ ਬੰਨਿਆ ਹੋਇਆ ਹੁੰਦਾ ਉਹਨੂੰ ਤੱਕ ਕੇ ਜਦੋਂ ਗੋਲੀ ਚਲਾਉਂਦੇ ਆ ਤੇ ਨਿਸ਼ਾਨੇ ਨੂੰ ਸੁੱਟ ਦਿੰਦੇ ਆ। ਨਿਸ਼ਾਨਾ ਸਾਧ ਕੇ ਜਿਹੜੀ ਵਸਤੂ ਨਿਸ਼ਾਨੇ ਤੇ ਰੱਖੀ ਹੁੰਦੀ ਉਹਨੂੰ ਡੇਗ ਦਿੰਦੇ ਆ। ਪੇਖ ਪੇਖ ਕਲਗੀ ਧਰ ਹਰ ਖਾਵੈ। ਇਸ ਤਰ੍ਹਾਂ ਭੂਆ ਪੁੱਤ ਭਰਾਵਾਂ ਨੂੰ ਬਾਬਾ ਸੂਰਜਮਲ ਆਪਣੇ ਜਿਹੜੇ ਆ ਉਹ ਚਚੇਰੇ ਭਰਾਵਾਂ ਨੂੰ, ਇਸੇ ਤਰ੍ਹਾਂ ਫਿਰ ਹੋਰ ਜਿਹੜੇ ਸੰਗੀ ਸੇਵਕ ਆ ਉਹਨਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਦਿਆਂ ਵੇਖ ਗੁਰਦੇਵ ਬੜੇ ਪ੍ਰਸੰਨ ਹੁੰਦੇ ਆ, ਬੜੇ ਖੁਸ਼ ਹੁੰਦੇ ਆ। ਕਰਹਿ ਸਰਾਹਨ ਪੁਨ ਚਲਵਾਵੈ। ਬੜੀ ਸਲੋਤਾ ਕਰਦੇ ਆ ਕਿ ਬੜਾ ਸੋਹਣਾ ਨਿਸ਼ਾਨਾ ਸਾਧਿਆ, ਫਿਰ ਚਲਾਓ। ਪ੍ਰੇਰਿਤ ਕਰਦੇ ਸਤਿਗੁਰੂ ਜੀ ਤੇ ਅਭਿਆਸੀ ਜਿਹੜੇ ਅਭਿਆਸ ਕਰਨ ਵਾਲੇ ਗੁਰਸਿੱਖ ਆ ਫਿਰ ਸ਼ਿਸ਼ਤ ਸਾਧ ਕੇ ਲਖਸ਼ ਸਾਧ ਕੇ ਨਿਸ਼ਾਨਾ ਚਲਾਉਂਦੇ ਐ। ਬਾਨ ਕਮਾਨ ਗਹਿ ਸਭ ਹੱਥ। ਸਾਰਿਆਂ ਸਿਪਾਹੀਆਂ ਨੇ ਸਿੱਖਾਂ ਨੇ ਤੀਰ ਕਮਾਨ ਹੱਥ ਵਿੱਚ ਫੜੇ ਹੋਏ ਐ। ਕਈ ਬੰਦੂਕ ਵਿਦਿਆ ਦਾ ਅਭਿਆਸ ਕਰਦੇ, ਬਹੁਤਿਆਂ ਨੇ ਤੀਰ ਕਮਾਨ ਫੜੇ ਐ। ਤਾਨ ਤਾਨ ਛੋੜ ਹੈ ਬਲ ਸਾਥ। ਬਲਪੂਰਵਕ ਪ੍ਰਤਿਅੰਚਾਵਾਂ ਨੂੰ ਕੰਨ ਤੱਕ ਖਿੱਚ ਖਿੱਚ ਕੇ ਤੀਰ ਜਿਹੜੇ ਉਹ ਛੱਡਦੇ ਆ, ਤੀਰ ਜਿਹੜੇ ਉਹ ਚਲਾਉਂਦੇ ਆ ਸ਼ਿਸ਼ਤ ਸਾਧ ਕੇ। ਏਕ ਕਿਰਪਾਲ ਮਾਤੁਲ ਨਿਤ ਹੀ ਰਹਿ। ਤੇ ਸਤਿਗੁਰਾਂ ਦੇ ਨਾਲ, ਸਤਿਗੁਰਾਂ ਦੇ ਕੋਲ, ਸਤਿਗੁਰਾਂ ਦੇ ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ ਨਾਲ ਹੀ ਰਹਿੰਦੇ ਆ ਤੇ ਉਹ ਵੇਂਦੇ ਆ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਆ। ਸਭ ਹਿਨ ਵਿਦਿਆ ਦੇਤ ਵੱਡੇ ਰਹਿ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਨਾਲੇ ਆਪ ਅਭਿਆਸ ਕਰਦੇ ਸ਼ਸਤਰ ਵਿਦਿਆ ਦਾ ਤੇ ਨਾਲੇ ਸਾਰਿਆਂ ਨੂੰ ਸ਼ਸਤਰ ਵਿਦਿਆ ਜਿਹੜੀ ਉਹ ਸਿਖਾਉਂਦੇ। ਹੈ ਅਰੂੜ ਕਬ ਵਹਿਰ ਸਿਧਾਰੈ। ਕਦੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਬਾਹਰ ਸ਼ਿਕਾਰ ਖੇਲਣ ਵੀ ਚਲੇ ਜਾਂਦੇ। ਤੋਮਰ ਗਹਿ ਪ੍ਰਮਾਏ ਪ੍ਰਹਾਰੈ। ਫਿਰ ਤੋਮਰ ਵਰਸ਼ਾ ਪਕੜ ਕੇ ਬਲਪੂਰਵਕ ਘੁਮਾ ਕੇ ਚਲਾਉਂਦੇ ਐ। ਕਰਹਿ ਪਲਾਵਨ ਦੇਖ ਮਦਾਨ। ਅਤੇ ਫਿਰ ਮੈਦਾਨ ਖੁੱਲ੍ਹਾ ਸਥਾਨ ਵੇਖ ਕੇ ਉੱਥੇ ਫਿਰ ਘੋੜਿਆਂ ਨੂੰ ਦੜਾਉਂਦੇ ਵੀ, ਘੋੜ ਦੌੜ ਵੀ ਕਰਦੇ ਐ। ਕਰਹਿ ਕਵਾਇਦ ਤੁਪਕ ਕਿਰਪਾਨ। ਕਵਾਇਦ ਕਰਦੇ ਆ। ਕਵਾਇਦ ਨਾਮ ਜਿਹੜਾ ਸ਼ਸਤਰ ਵਿਦਿਆ ਦਾ ਅਭਿਆਸ। ਤੁਪਕ ਵੀ ਬੰਦੂਕ ਵੀ ਚਲਾਉਂਦੇ ਆ ਤੇ ਕਿਰਪਾਨ ਵੀ ਚਲਾਉਂਦੇ ਆ। ਕਵਾਇਦ ਕਹੀਏ ਜਦੋਂ ਖੁੱਲ੍ਹਾ ਸਥਾਨ ਮਿਲ ਜਾਂਦਾ ਘੋੜਾ ਭਜਾਉਂਦੇ ਆ। ਜਿਵੇਂ ਗੁਰੂ ਪੰਥ ਖਾਲਸੇ ਦੇ ਵਿੱਚ ਮਹੱਲੇ ਖੇਡੇ ਜਾਂਦੇ ਆ ਨਾ, ਤੇ ਮਹੱਲਿਆਂ ਤੇ ਘੋੜ ਦੌੜਾਂ ਹੁੰਦੀਆਂ ਤੇ ਕਿੱਲੇ ਜਿਹੜੇ ਆ ਉਹ ਗੱਡੇ ਜਾਂਦੇ ਆ ਤੇ ਘੋੜ ਦੌੜ ਕਰਦੇ ਸਿੰਘ ਫਿਰ ਵਰਸ਼ਿਆਂ ਦੇ ਨਾਲ ਕਿੱਲੇ ਪੁੱਟਦੇ ਆ। ਇਹ ਜਿਹੜੀ ਸ਼ਸਤਰ ਵਿਦਿਆ ਦਾ ਅਭਿਆਸ ਕਵਾਇਦ ਵਿਦਿਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਤੋਂ ਚੱਲੀ, ਜਿਸ ਨੂੰ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਹੋਰ ਨਵਾਂ ਰੂਪ ਰੰਗ ਦਿੱਤਾ।
ਤੇ ਇਸ ਤਰ੍ਹਾਂ ਕਵਾਇਦ ਵਿਦਿਆ ਜਿਹੜੀ ਆ ਉਹ ਗੁਰਸਿੱਖ ਕਰਦੇ ਆ। ਕਲਗੀਧਰ ਪਾਤਸ਼ਾਹ ਜੀ ਬਾਹਰ ਜਾਂਦੇ, ਉਹ ਖੁੱਲ੍ਹਾ ਸਥਾਨ ਮਿਲ ਜਾਂਦਾ ਜਿੱਥੇ, ਉੱਥੇ ਫਿਰ ਘੋੜ ਦੌੜਾਂ ਕਰਦੇ ਆ। ਤੇ ਘੋੜ ਦੌੜਾਂ ਕਰਦਿਆਂ ਘੋੜਾ ਨੱਠਿਆ ਜਾਂਦਾ, ਘੋੜੇ ਤੇ ਸਵਾਰ ਜਿਹੜਾ ਸੂਰਮੇ, ਉਹਦੇ ਹੱਥ ਵਿੱਚ ਜੇ ਧਨਕ ਹੈ ਤੇ ਧਨਕ ਦੇ ਨਾਲ ਉਹ ਲਖਸ਼ ਸਾਧਦਾ, ਨਿਸ਼ਾਨਾ ਸਾਧਦਾ। ਤੇ ਜਿਹਦੇ ਕੋਲ ਬੰਦੂਕ ਹੈ, ਬੰਦੂਕ ਨਾਲ ਨਿਸ਼ਾਨਾ ਸਾਧਦਾ। ਇਹ ਅਭਿਆਸ ਹੈ। ਅਭਿਆਸ ਇਸ ਵਾਸਤੇ ਹੈ ਕਿ ਰਣ ਭੂਮੀ ਵਿੱਚ ਜਦੋਂ ਉਤਰਨਾ ਸੂਰਮਿਆਂ ਨੇ, ਤੇ ਉਦੋਂ ਫਿਰ ਘੋੜੇ ਤੇ ਸਵਾਰ ਹੋ ਕੇ ਜਦੋਂ ਰਣ ਭੂਮੀ ਵਿੱਚ ਆਉਣਾ ਤੇ ਘੋੜੇ ਨੇ ਤੇ ਨੱਠੇ ਜਾਣਾ ਹੈ ਨਾ, ਤੇ ਘੋੜੇ ਦੇ ਤੁਰੇ ਜਾਂਦੀਆਂ ਸ਼ਤਰੂ ਦਾ ਲਖਸ਼ ਸਾਧਨ, ਨਿਸ਼ਾਨਾ ਸਾਧ ਕੇ ਤੇ ਉਹਦਾ ਸੀਨਾ ਜਿਹੜਾ ਹੈ ਉਹ ਛੱਲੀ ਕਰਨ। ਅਭਿਆਸ ਬਿਨਾਂ ਖੇਡ ਕਿਵੇਂ ਬਣ ਸਕਦੀ ਹੈ? ਨਹੀਂ ਬਣ ਸਕਦੀ। ਸੋ ਸਤਿਗੁਰੂ ਜੀ ਸਿੱਖਾਂ ਨੂੰ ਅਭਿਆਸ ਕਰਾਉਂਦੇ ਆ। ਭਾਈ ਆਉਣ ਵਾਲੇ ਸਮੇਂ ਵਿੱਚ ਬੜੇ ਵੱਡੇ ਵੱਡੇ ਜੰਗਲ ਅਖਾੜੇ ਰਚਨੇ ਆਪਾਂ, ਜਿਨ੍ਹਾਂ ਵਿੱਚ ਦੁਸ਼ਟਾਂ ਦਾ ਵਿਨਾਸ਼ ਕਰਨਾ। ਇਸ ਵਾਸਤੇ ਸ਼ਸਤਰ ਵਿਦਿਆ ਦਾ ਅਭਿਆਸ ਜ਼ਰੂਰੀ ਹੈ। ਸੋ ਕਵਾਇਦ ਵਿਦਿਆ ਸਤਿਗੁਰੂ ਜੀ ਕਰਦੇ ਆ, ਤੇ ਕਵਾਇਦ ਵਿਦਿਆ ਜਿਹੜੀ ਸਿਖਾਉਂਦੇ ਆ। ਗੁਰੂ ਕੇ ਪਿਆਰੇ ਸਿੱਖ ਜਿਹੜੇ ਵੀ ਕਵਾਇਦ ਵਿਦਿਆ ਉਹਦਾ ਅਭਿਆਸ ਕਰਦੇ ਆ। ਉਤਰੈ ਹੈ ਜਹਾਂ ਬਿਲੋਕਹਿ ਛਾਇਆ। ਫਿਰ ਜਿੱਥੇ ਰਮਣੀਕ ਛਾਇਆ ਵਾਲਾ ਸਥਾਨ ਵੇਂਦੇ ਜੰਗਲ ਵਿੱਚ, ਉੱਥੇ ਫਿਰ ਉਤਾਰਾ ਵੀ ਕਰ ਲੈਂਦੇ ਘੜੀ ਵਿਸ਼ਰਾਮ ਹੈਤੂ। ਕਬਹੁ ਅਖੇਰ ਕਰਹਿ ਮਨ ਭਾਇਆ। ਕਦੇ ਮਨ ਭਾਉਂਦਾ ਅਖੀਰ ਕਰਦੇ ਸ਼ਿਕਾਰ ਖੇਡਦੇ ਕਲਗੀਆਂ ਵਾਲੇ। ਵਿਪਰ ਮਲਕ ਜਾਤੀ ਗੁਰ ਪ੍ਰੋਧਾ। ਗੁਰੂ ਘਰ ਦਾ ਪ੍ਰੋਧ ਹੋਇਆ ਬ੍ਰਾਹਮਣ, ਮਲਕ ਜਾਤੀ ਉਹਦਾ ਨਾਮ ਸੀ, ਗੁਰੂ ਘਰ ਦਾ ਪ੍ਰੋਹਤ ਸੀ। ਇਹ ਜਿਹੜਾ ਸ੍ਰੀ ਹਰਗੋਬਿੰਦ ਸੰਗੀ ਜੋਧਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਸੰਗੀ ਸੀ ਜਾਤੀ ਮਲਕ। ਜਾਤੀ ਕਰਕੇ ਬ੍ਰਾਹਮਣ ਸੀ, ਪਰ ਬੜਾ ਵੱਡਾ ਬਲੀ ਸੀ, ਯੋਧਾ ਸੀ। ਜਿਵੇਂ ਪਰਸ਼ੂਰਾਮ ਸੀ ਤਾਂ ਬ੍ਰਾਹਮਣ ਹੀ, ਪਰ ਬੜਾ ਬਲਿਸ਼ਟ ਸੀ, ਬੜਾ ਬਲੀ ਸੀ। ਇਸੇ ਤਰ੍ਹਾਂ ਜਾਤੀ ਮਲਕ ਸੀ ਤਾਂ ਜਾਤੀ ਕਰਕੇ ਬ੍ਰਾਹਮਣ, ਪਰ ਖਸ਼ਤਰੀਏ ਸੂਰਮਿਆਂ ਦੇ ਨਾਲੋਂ ਵੀ ਵੱਡਾ ਬਲਿਸ਼ਟ ਸੀ। ਖਸ਼ਤਰੀਏ ਸੂਰਮਿਆਂ ਦੇ ਨਾਲੋਂ ਵੀ ਅਧਿਕ ਸ਼ਸਤਰਾਂ ਦੀ ਵਿਦਿਆ ਵਿੱਚ ਪ੍ਰੰਗਤ ਸੀ, ਬੜਾ ਵੱਡਾ ਬਲੀ ਸੀ। ਬੜੀਆਂ ਵੱਡੀਆਂ ਮੁਹਿੰਮਾਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਾਲ ਹੋ ਕੇ ਨੇ ਮੁਗਲਾਂ ਦੇ ਨਾਲ ਲੜੀਆਂ। ਬੜਾ ਵੱਡਾ ਸੂਰਮਾ ਸੀ ਜਾਤੀ ਮਲਕ ਪ੍ਰੋਹਤ। ਦਇਆ ਰਾਮ ਨੰਦਨ ਤਿਸ ਕੇਰਾ। ਤੇ ਜਾਤੀ ਮਲਕ ਪ੍ਰੋਹਤ ਦਾ ਪੁੱਤਰ ਸੀ ਦਇਆ ਰਾਮ। ਆ ਯੁੱਧ ਵਿਦਿਆ ਕਰਹਿ ਬਡੇਰਾ। ਉਹ ਵੀ ਸ਼ਸਤਰ ਵਿਦਿਆ ਦਾ ਬੜਾ ਅਭਿਆਸ ਕਰਦਾ। ਗੁਰ ਆਗਮਨ ਆਨੰਦਪੁਰ ਜਾਨਾ। ਜਦੋਂ ਇਸ ਜਾਤੀ ਮਲਕ ਦੇ ਪੁੱਤਰ ਦਇਆ ਰਾਮ ਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਨਗਰੀ ਆਗਮਨ ਜਾਣਿਆ ਕਿ ਪਟਨੇ ਤੋਂ ਸ੍ਰੀ ਆਨੰਦਪੁਰ ਸਾਹਿਬ ਨਗਰੀ ਆ ਗਏ ਹੈ, ਮਿਲ ਕੇ ਆਸ਼ਿਕ ਬਾਦ ਬਖਾਨਾ। ਸਤਿਗੁਰਾਂ ਨੂੰ ਆ ਕੇ ਮਿਲਿਆ, ਆਸ਼ੀਰਵਾਦ ਕੀ ਅਥਵਾ ਗੁਰਾਂ ਕੋਲੋਂ ਅਸੀਸ ਲਈ। ਭਏ ਪ੍ਰਸੰਨ ਬਿਲੋਕਤ ਤਾਹੀ। ਦਇਆ ਰਾਮ ਨੂੰ ਵੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਰਾਖਿਓ ਸਾਦਰ ਆਪਣੇ ਪਾਹੀ। ਤੇ ਬੜੇ ਆਦਰ ਤੇ ਬੜੀ ਅਦਬ ਨਾਲ ਸਤਿਗੁਰਾਂ ਆਪਣੇ ਕੋਲ ਰੱਖਿਆ। ਨਿਕਟ ਪਿਤਾਮੇ ਕੇ ਭਟ ਜੋਈ। ਜਿਹੜੇ ਪਿਤਾਮਾ ਗੁਰੂ ਦਾਦਾ ਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਿਹੜੇ ਭੱਟ ਸੂਰਮੇ ਰਹਿੰਦੇ ਸਨ, ਤਿਨ ਕੋ ਸੋਤਾ ਪੋਤਾ ਹੋਏ ਕੋਈ। ਉਹਨਾਂ ਸੂਰਮਿਆਂ ਦੇ ਜਿਹੜੇ ਕੋਈ ਪੁੱਤਰ ਜਾਂ ਜਿਹੜੇ ਕੋਈ ਪੋਤਰੇ ਗਾਂ ਸੂਰਵੀਰ ਬਹਾਦਰ ਹੁੰਦੇ। ਦੇਖੈ ਗੁਰੂ ਪ੍ਰਤਾਪ ਉਚੇਰਾ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਉੱਚਾ ਤੇਜ ਪ੍ਰਤਾਪ ਵੱਧ ਰਿਹਾ, ਜੋ ਜਲਾਲ ਵੱਧ ਰਿਹਾ, ਸਤਿਗੁਰਾਂ ਦਾ ਜਿਹੜਾ ਰਾਜ ਸੀ 68 62 ਬਣ ਰਿਹਾ। ਸਤਿਗੁਰੂ ਜੀ ਸੂਰਬੀਰ ਜਿਹੜੇ ਆਪਣੀ ਫੌਜ ਵਿੱਚ ਭਰਤੀ ਕਰ ਰਹੇ ਹਨ ਤੇ ਜੰਗਾਂ ਮੁਹਿੰਮਾਂ ਜਿਹੜੀਆਂ ਉਹਨਾਂ ਵਾਲਾ ਜਿਹੜਾ ਮਾਹੌਲ ਬਣ ਰਿਹਾ।
ਜਿਵੇਂ ਜਿਵੇਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕਾਲ ਗੁਰੂ ਹਜ਼ੂਰੀ ਵਿੱਚ ਰਹਿ ਚੁੱਕੇ ਸੂਰਬੀਰ ਬਹਾਦਰ ਸਿਪਾਹੀ, ਉਹਨਾਂ ਦੇ ਪੁੱਤ ਪੁੱਤਰਿਆਂ ਨੂੰ ਪਤਾ ਲੱਗਦਾ ਤੇ ਉਹ ਵੀ ਕਲਗੀਆਂ ਵਾਲੇ ਕੋਲ ਆਉਂਦੇ ਐ। ਸ਼ਸਤਰਨ ਸੋ ਅਭਿਆਸ ਵਡੇਰਾ, ਸ਼ਸਤਰਾਂ ਦਾ ਜਿਹੜਾ ਬੜਾ ਵੱਡਾ ਅਭਿਆਸ ਕਰਦੇ ਐ। ਆਏ ਸਮੀਪ ਨਮਰ ਸਿਰ ਹੋਏ, ਉਹ ਵੀ ਸਤਿਗੁਰਾਂ ਦੇ ਕੋਲ ਆਉਂਦੇ, ਆ ਕੇ ਸਿਰ ਨਿਵਾਉਂਦੇ, ਨਮਸਕਾਰਾਂ ਕਰਦੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ। ਪ੍ਰਥਮ ਵਾਰਤਾ ਭਾਖੈ ਸੋਏ, ਤੇ ਪਹਿਲੀ ਵਾਰ ਤਾਂ ਸੁਣਾਉਂਦੇ ਦੱਸਦੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ, ਜੀ ਮੇਰਾ ਨਾ ਦਾਦਾ ਸੀ ਤੇ ਆਪ ਜੀ ਦੇ ਦਾਦਾ ਗੁਰੂ ਜੀ ਦੀ ਫੌਜ ਵਿੱਚ ਉਹ ਭਰਤੀ ਰਹੇ ਆ। ਉਹਨਾਂ ਨੇ ਫਲਾਣੀ ਜੰਗ ਵਿੱਚ ਬੜੀ ਬਹਾਦਰੀ ਦੇ ਨਾਲ ਜੰਗ ਕੀਤਾ ਤੇ ਇਸ ਤਰ੍ਹਾਂ ਵੀਰਗਤੀ ਨੂੰ ਪ੍ਰਾਪਤ ਹੋਏ। ਦੂਜਾ ਕਹਿੰਦਾ ਜੀ ਮੇਰਾ ਪਿਤਾ ਆਪ ਜੀ ਦੇ ਦਾਦਾ ਜੀ ਦੀ ਫੌਜ ਦੇ ਵਿੱਚ ਰਿਹਾ, ਬੜਾ ਲੰਮਾ ਸਮਾਂ ਰਿਹਾ ਫੌਜ ਦੇ ਵਿੱਚ। ਇਹ ਬੜੀਆਂ ਵੱਡੀਆਂ ਮੁਹਿੰਮਾਂ ਜਿਹੜੀਆਂ ਉਹਨਾਂ ਨੇ ਨਾਲ ਹੋ ਕੇ ਕੀਤੀਆਂ ਤੇ ਇਸ ਤਰ੍ਹਾਂ ਫਿਰ ਉਹਨਾਂ ਦੀ ਸ਼ਹਾਦਤ ਹੋ ਗਈ। ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਆਪਣੇ ਪੁਰਖਾਂ ਦੀ ਸੂਰਬੀਰਤਾ ਬਹਾਦਰੀ ਦੇ ਕਿੱਸੇ ਆ ਕੇ ਤੇ ਉਹਨਾਂ ਦੇ ਜਿਹੜੇ ਪੁੱਤ ਪੋਤਰੇ ਐ ਨਾ ਉਹ ਸੁਣਾਉਂਦੇ ਆ ਕਲਗੀਆਂ ਵਾਲੇ ਨੂੰ। ਸੁਣ ਸਭ ਕੋ ਗੁਰ ਧੀਰਜ ਦੇਤਾ, ਸੁਣ ਕੇ ਸਤਿਗੁਰੂ ਜੀ ਸਭਨਾਂ ਨੂੰ ਧੀਰਜ ਦਿੰਦੇ ਐ। ਕਰ ਦਰਮਾਹਾ ਢਿਗ ਰੱਖ ਲੇਤਾ, ਤੇ ਉਹਨਾਂ ਦਾ ਦਰਮਾਹ ਕਰਕੇ, ਦਰਮਾਹ ਕਹੀਏ ਮਹੀਨੇ ਦੀ ਤਨਖਾਹ ਨਿਯੁਕਤ ਕਰਕੇ, ਕਿੰਨੀ ਕਿੰਨੀ ਤਨਖਾਹ ਲੈਣੀ ਹੈ, ਕਿਸੇ ਦੀ ਕਿੰਨੀ ਤਨਖਾਹ ਮੁਕਰਰ ਕੀਤੀ ਹੈ, ਕਿਸੇ ਦੀ ਕਿੰਨੀ। ਜਾਂ ਤਨਖਾਹਾਂ ਤੇ ਜਿਹੜੇ ਉਹ ਸਿਪਾਹੀ ਸਤਿਗੁਰਾਂ ਰੱਖਣੇ ਆਰੰਭ ਕਰ ਦਿੱਤੇ। ਲਗ ਦੀਰਗ ਜੋ ਗੁਰ ਢਿਗ ਰਹੇ, ਕੋਈ ਛੋਟਾ ਹੋਵੇ ਜਾਂ ਵੱਡਾ ਹੋਵੇ, ਜਿਸ ਵੀ ਤਰ੍ਹਾਂ ਦਾ ਸੂਰਮਾ ਆਉਂਦਾ ਹੈ ਗੁਰਾਂ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਸਭ ਕੇ ਰੋਜ ਰਜਤ ਪਣ ਕਹੈ, ਸਾਰਿਆਂ ਦੇ ਰੋਜ਼ ਦੇ ਰਜਤਪਣ ਸਤਿਗੁਰਾਂ ਨੇ ਦੇਣੇ ਕਹਿ ਦਿੱਤੇ ਆ ਖਜ਼ਾਨਚੀ ਨੂੰ ਕਿ ਰੋਜ਼ ਦੀ ਰੋਜ਼ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਮਾਮਲਾ ਬਣਦਾ ਇਹਨਾਂ ਨੂੰ ਦੇਈ ਜਾਓ। ਦਿਨ ਪ੍ਰਤ ਭੀਰ ਹੋਤ ਅਧਕਾਈ, ਪ੍ਰਤੀ ਦਿਨ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਬਹੁਤ ਵੱਡੀ ਭੀੜਾ ਬਣਨ ਲੱਗ ਪਈ ਹੈ। ਹੇਤ ਜੀਵਕਾ ਨਰ ਸਮੁਦਾਈ, ਆਪਣੀ ਉਪਜੀਵਕਾ ਵਾਸਤੇ ਸਮੂਹ ਮਨੁੱਖ ਅਨੰਦਪੁਰ ਸਾਹਿਬ ਨਗਰੀ ਆਉਣ ਲੱਗੇ। ਸਿੱਖ ਸੇਵਕ ਕੇ ਚਿਤ ਢਿਗ ਰਹੈ, ਕਿੰਨੇ ਕੁ ਸਿਪਾਹੀ ਤਨਖਾਹਾਂ ਤੇ ਰਹਿ ਰਹੇ, ਕਿੰਨੇ ਕੁ ਸਿੱਖ ਸੇਵਕ ਸੇਵਾ ਵਿੱਚ ਹੀ ਗੁਰੂ ਹਜ਼ੂਰੀ ਵਿੱਚ ਰਹਿ ਰਹੇ ਹੈ। ਜਨਮ ਸੁਧਾਰਹਿ ਦਰਸ਼ਨ ਲਹੈ, ਸਤਿਗੁਰਾਂ ਦਾ ਦਰਸ਼ਨ ਕਰਦੇ, ਗੁਰੂ ਘਰ ਦੀਆਂ ਸੇਵਾਵਾਂ ਕਮਾਉਂਦੇ ਤੇ ਆਪਣਾ ਮਨੁੱਖਾ ਜਨਮ ਸਾਰਥਕ ਬਣਾਉਂਦੇ, ਸਫਲਾ ਬਣਾਉਂਦੇ। ਹੋਤੇ ਕਦੀਮੀ ਗੁਰ ਘਰ ਕੇਰੇ, ਜਿਹੜੇ ਕਦੀਮੀ ਪੁਰਾਣੇ ਗੁਰੂ ਘਰ ਦੇ ਸੇਵਕ ਸਨ, ਸੋ ਸਭ ਆਨ ਮਿਲੇ ਕੀ ਡੇਰੇ, ਉਹ ਸਾਰੇ ਆ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਮਿਲਦੇ ਆ ਤੇ ਉਹ ਪੜਾ ਲਾਉਂਦੇ ਇੱਥੇ ਹੀ। ਜਥਾ ਪਿਤਾਮਾ ਸੈਨ ਬਨਾਈ, ਜਿਵੇਂ ਦਾਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸੈਨਾ ਬਣਾਈ ਸੀ, ਤਥਾ ਸੁਬਟ ਰਾਖੇ ਸਮੁਦਾਈ, ਉਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਬੜੇ ਵੱਡੇ ਸੁਬਟ ਸੂਰਬੀਰ ਬਹਾਦਰ ਆਪਣੇ ਕੋਲ ਰੱਖੇ ਐ। ਤੇਮ ਹੀ ਸਕਲ ਸਮਾਜ ਬਨਾਇਓ, ਆਪਣੇ ਦਾਦਾ ਗੁਰੂ ਵਤ ਹੀ ਸਾਰਾ ਸਮਾਜ ਬਣਾਇਆ ਹੋਇਆ। ਘੋੜੇ ਰੱਥ ਪਾਲਕੀਆਂ ਆਦਿ ਕਰਕੇ ਸਭ ਸਮੱਗਰੀ ਜੋ ਜਲਾਲ ਜਿਹੜਾ ਉਹ ਸਮਰਾਟਾਂ ਵਾਲਾ ਬਣਾਇਆ ਕਲਗੀਆਂ ਵਾਲੇ ਨੇ। ਦਿਨ ਪ੍ਰਾਤਪੁਰ ਆਨੰਦ ਬਿਰਧਾਇਓ, ਪ੍ਰਤੀ ਦਿਨ ਅਨੰਦਪੁਰ ਸਾਹਿਬ ਨਗਰੀ ਅੰਦਰ ਆਨੰਦ ਵੱਧ ਰਿਹਾ ਹੈ, ਖੁਸ਼ੀਆਂ ਖੇੜੇ ਵੱਧ ਰਹੇ ਹੈ। ਸ਼ਸਤਰਨ ਕੋ ਧੀਰਗ ਅਭਿਆਸਾ, ਤੇ ਸ਼ਸਤਰਾਂ ਦਾ ਬੜਾ ਵੱਡਾ ਅਭਿਆਸ ਕਰਦੇ ਕਲਗੀਧਰ ਪਾਤਸ਼ਾਹ ਤੇ ਸਿੱਖਾਂ ਨੂੰ ਕਰਾਉਂਦੇ।
ਕਰਹਿ ਕਰਾਵਹਿ ਪਿਖਹਿ ਤਮਾਸ਼ਾ। ਆਪ ਕਰਦੇ ਅਭਿਆਸ ਸਿੱਖਾਂ ਪਾਸੋਂ ਕਰਾਉਂਦੇ ਆ, ਨਾਲੇ ਤਮਾਸ਼ਾ ਵੇਂਦੇ ਆ। ਹੈ ਨ ਅਰੂਢਹਿ ਵਹਿਰ ਸਿਧਾਵਹਿ। ਕਦੇ ਹੈ ਕਿ ਇਹ ਘੋੜਿਆਂ ਤੇ ਸਵਾਰ ਹੋ ਕੇ ਬਾਹਰ ਨੂੰ ਜਾਂਦੇ ਆ। ਨਾਨਾ ਰੀਤ ਫੰਧਾਏ ਪਲਾਵਹਿ। ਅਨੇਕ ਤਰੀਕਿਆਂ ਦੇ ਨਾਲ ਘੋੜਿਆਂ ਨੂੰ ਫੰਧਾਉਂਦੇ ਐ, ਟਪਾਉਂਦੇ ਐ, ਦੜਾਉਂਦੇ ਐ, ਪੋਈਏ ਪਾਉਂਦੇ ਐ, ਤੋਰਦੇ ਐ। ਪਾਨ ਕਮਾਨ ਤਾਨ ਕਰ ਬਾਨਾ। ਤੇ ਪਾਨ ਹੱਥ ਵਿੱਚ ਕਮਾਨ ਧਨਖ ਲੈ ਕੇ ਚਿੱਲੇ ਵਿੱਚ ਤੀਰ ਦੀ ਵਾਂਗਰ ਜੋੜ ਕੇ ਕੰਨ ਤੱਕ ਪ੍ਰਤਿਅੰਚਾ ਨੂੰ ਖਿੱਚ ਕੇ ਤਾਨਦੇ ਐ। ਕਰਹਿ ਦਿਖਾਵਨ ਹਤਹਿ ਨਿਸ਼ਾਨਾ। ਤੇ ਨਿਸ਼ਾਨਾ ਵੇਖ ਕੇ ਫਿਰ ਤੀਰ ਛੱਡਦੇ ਆ, ਚਲਾਉਂਦੇ ਤੇ ਨਿਸ਼ਾਨਾ ਛੱਲੀ ਕਰ ਦਿੰਦੇ ਆ। ਤੋਮਰ ਤੁਪਕ ਸੋ ਤੇਗ ਤਮਾਚਾ। ਕੋਈ ਤੋਮਰ ਫੜ ਕੇ ਘੁਮਾ ਰਿਹਾ, ਕਿਸੇ ਕੋਲ ਬੰਦੂਕ ਚਲਾ ਰਿਹਾ, ਕਿਸੇ ਕੋਲ ਤੇਗ ਤਲਵਾਰ ਹੈ, ਤੇ ਕਿਸੇ ਕੋਲ ਤਮਾਚਾ ਹੀ ਹੈ। ਤਮਾਚਾ ਨਾਮ ਪਿਸਤੌਲ ਰੈਕਲਾ। ਕਰਹਿ ਪ੍ਰੇਮ ਧਾਰਹਿ ਗੁਰ ਸਾਚਾ। ਤੇ ਇਸ ਤਰ੍ਹਾਂ ਪ੍ਰੇਮ ਧਾਰਨ ਕਰਦੇ ਆ ਸਿੱਖ ਸੱਚੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ। ਤੇ ਨਾਲੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ। ਦੋਹਰਾ ਇਸ ਰੀਤ ਸਿੱਖ ਸੰਗਤਾਂ। ਇਸ ਤਰ੍ਹਾਂ ਦੇ ਨਾਲ ਸਿੱਖ ਸੰਗਤਾਂ ਨਿਤ ਪ੍ਰਾਤ ਦਰਸ਼ਨ ਆਏ। ਪ੍ਰਤੀ ਦਿਨ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਆਉਂਦੀਆਂ। ਦੇਸ਼ ਵਿਦੇਸ਼ਨ ਕੇ ਬਿਖੈ। ਦੇਸ਼ਾਂ ਤਥਾ ਵਿਦੇਸ਼ਾਂ ਦੇ ਵਿੱਚ ਜਿਉਂ ਜਿਉਂ ਸੋਧਾ ਗੁਰ ਜਾਏ। ਜਿਵੇਂ ਜਿਵੇਂ ਸਤਿਗੁਰਾਂ ਦੀ ਸੁਧ ਸੂਚਨਾ ਖਬਰ ਪਹੁੰਚਦੀ ਹੈ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਪਟਨੇ ਤੋਂ ਆ ਗਏ। ਗੁਰਤਾ ਸਿੰਘਾਸਨ ਤੇ ਸੁਸ਼ੋਭਿਤ ਹੈ। ਸ਼ਸਤਰ ਵਿਦਿਆ ਦਾ ਬੜਾ ਅਭਿਆਸ ਕਰਦੇ, ਬੜੀ ਫੌਜ ਭਰਤੀ ਕਰ ਲਈ ਹੈ। ਜਿਵੇਂ ਜਿਵੇਂ ਸੰਗਤਾਂ ਸੁਣਦੀਆਂ, ਦਰਸ਼ਨਾਂ ਦੀ ਅਭਿਲਾਖਾ ਵੱਧ ਜਾਂਦੀ ਹੈ। ਕਿਉ ਪਈ ਰਾਮ ਕੋਇਰ ਭਾਖਤ ਸ਼ੁਭ ਕਥਾ। ਇਹ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਰੂਪ ਕਥਾ ਭਾਈ ਰਾਮ ਕੌਰ ਜੀ ਸਰਵਣ ਕਰਵਾ ਰਹੇ। ਜਦੋਂ ਭਾਈ ਸਾਹਿਬ ਸਿੰਘ ਆਦਿ ਗੁਰੂ ਕੇ ਪੰਥ ਨੇ ਭਾਈ ਰਾਮ ਕੌਰ ਜੀ ਦੇ ਅੱਗੋਂ ਰਮਦਾਸ ਕੇ ਨਗਰ ਜਾ ਕੇ ਬਿਨਤੀ ਕੀਤੀ ਹੈ ਨਾ ਕਿ ਇਹ ਭਾਈ ਰਾਮ ਕੌਰ ਜੀ ਆਪ ਪੂਰਨ ਬ੍ਰਹਮ ਗਿਆਨੀ ਹੋ, ਤੇ ਕਿਰਪਾ ਕਰੋ ਤੇ ਸਤਿਗੁਰਾਂ ਦਾ ਇਤਿਹਾਸ ਸਰਵਣ ਕਰਵਾਓ। ਤਾਂ ਉਸ ਸਮੇਂ ਫਿਰ ਭਾਈ ਰਾਮ ਕੌਰ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸਾਰਾ ਜਿਹੜਾ ਇਤਿਹਾਸ ਹੈ ਸਰਵਣ ਕਰਵਾਇਆ। 9 ਪਾਤਸ਼ਾਹੀਆਂ ਤੱਕ ਤੇ ਇਤਿਹਾਸ ਜਿਹੜਾ ਉਹ ਬ੍ਰਹਮ ਗਿਆਨ ਦੁਆਰਾ, ਇਸ ਤਰ੍ਹਾਂ ਦਿਵ ਦ੍ਰਿਸ਼ਟੀ ਦੁਆਰਾ ਸਾਰੇ ਕੌਤਕ ਵੇਖ ਕੇ ਤੇ ਉਸੇ ਤਰ੍ਹਾਂ ਪੰਥ ਨੂੰ ਲਿਖਵਾਏ ਹੈ, ਸੁਣਾਏ ਵੀ ਹੈ ਤੇ ਲਿਖਵਾਏ ਵੀ ਹੈ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ ਇਤਿਹਾਸ ਤੇ ਇਹਨਾਂ ਨੇ ਆਪਣੇ ਹੱਡੀ ਹੰਡਾਇਆ ਹੋਇਆ। ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਤੇ ਨਾਲ ਰਹੇ ਭਾਈ ਰਾਮ ਕੌਰ ਜੀ। ਇਸ ਵਾਸਤੇ ਭਾਈ ਰਾਮ ਕੌਰ ਜੀ ਸਾਰਾ ਇਤਿਹਾਸ ਜਿਹੜਾ ਉਹ ਸਿੱਖਾਂ ਨੂੰ ਸੁਣਾ ਰਹੇ ਹੈ। ਰੋਤਾ ਸੁਨਹ ਗੁਰਨ ਕੀ ਜਥਾ। ਭਾਈ ਰਾਮ ਕੌਰ ਜੀ ਕਹਿੰਦੇ ਸਰੋਤੇ ਗਣੋ, ਗੁਰਾਂ ਦੀ ਕਥਾ ਜਿਹੜੀ ਹੈ ਨਾ ਸੁਣੋ ਇਕਾਗਰਤਾ ਨਾਲ। ਮੋਹ ਕਹੋ ਨਿਕਟ ਆਪਨੇ ਰਾਖਾ। ਮੈਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਕਲਗੀਧਰ ਪਾਤਸ਼ਾਹ, ਸਦਾ ਹੀ ਮੈਨੂੰ ਆਪਣੇ ਕੋਲ ਨਾਲ ਰੱਖਦੇ। ਕਿਰਪਾ ਕਰਹਿ ਲੱਖ ਮਾਮਾ ਅਭਿਆਸਾ। ਤੇ ਕਿਰਪਾ ਕਰਦੇ ਰਹਿੰਦੇ ਮੇਰੇ ਤੇ ਸਦਾ ਹਮੇਸ਼ਾ ਹੀ। ਕਿਰਪਾ ਕਰਹਿ ਲੱਖ ਮਮ ਅਭਿਲਾਖਾ। ਮੇਰੀ ਅਭਿਲਾਖਾ ਇੱਛਾ ਜਾਣ ਕੇ ਕੋਲ ਰਹਿਣ ਦੀ, ਤੇ ਮੈਨੂੰ ਕੋਲ ਹੀ ਰੱਖਦੇ ਸਤਿਗੁਰੂ ਜੀ, ਤੇ ਬੜੀ ਕਿਰਪਾ ਕਰਦੇ ਰਹਿੰਦੇ। ਕਾਬ ਮੈਂ ਗਮਨੋ ਨਿਜ ਗ੍ਰਾਮੋ। ਕਦੇ ਕਦੇ ਮੈਂ ਆਪਣੇ ਪਿੰਡ ਰਮਦਾਸ ਕੇ ਨੂੰ ਜਾਂਦਾ। ਸੰਗਤ ਹਮਰੀ ਆਏ ਸੋ ਧਾਮੋ। ਤੇ ਫਿਰ ਹਮਰੀ ਸਾਡੀ ਵੀ ਸੰਗਤ ਜਿਹੜੀ ਰਮਦਾਸ ਕਿਆਂ ਤੋਂ ਗੁਰਾਂ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਆਉਂਦੀ, ਅਥਵਾ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਪ੍ਰੇਮੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਜੇ ਕੋਲ ਆਉਂਦੀ ਸੀ, ਉਹ ਵੀ ਸੰਗਤ ਹੁਣ ਵੀ ਰਮਦਾਸ ਕੇ ਨਗਰ ਆਉਂਦੀ। ਫਿਰ ਇਸ ਵਾਸਤੇ ਸੰਗਤ ਦੀ ਅਭਿਲਾਖਾ ਨੂੰ ਜਾਣਦਿਆਂ ਹੋਇਆ ਸਾਨੂੰ ਕਦੇ ਕਦੇ ਰਮਦਾਸ ਕੇ ਨਗਰ ਜਾਣਾ ਪੈਂਦਾ। ਬਹੁਰ ਸਮੀਪ ਗੁਰੂ ਕੇ ਜਾਵਾਂ। ਤੇ ਬਹੁਤ ਲੰਮਾ ਸਮਾਂ ਮੈਂ ਰਮਦਾਸ ਕੇ ਨਹੀਂ ਰਹਿੰਦਾ, ਠਹਿਰਦਾ ਨਹੀਂ। ਅਲਪ ਸਮਾਂ ਰਮਦਾਸ ਕੇ ਨਗਰ ਠਹਿਰ ਕੇ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਮੈਂ ਚਲਿਆ ਜਾਂਦਾ। ਬਹੁ ਬਿਲਾਸ ਹਿਰਤ ਹਰਖਾਵਾਂ। ਬਹੁਤ ਤਰ੍ਹਾਂ ਦੇ ਗੁਰਾਂ ਦੇ ਕੌਤਕ
ਸਤਿਗੁਰਾਂ ਦੇ ਵਿਲਾਸ ਵੇਖ ਵੇਖ ਕੇ ਮੈਂ ਬੜਾ ਪ੍ਰਸੰਨ ਹੁੰਦਾ, ਬੜਾ ਖੁਸ਼ ਹੁੰਦਾ। ਦਿਨ ਪ੍ਰਤ ਅਦਕ ਅਦਕ ਅਦਕਾਈ, ਪ੍ਰਤੀ ਦਿਨ ਅਦਕ ਤੋਂ ਵੀ ਅਦਕ, ਜ਼ਿਆਦਾ ਤੋਂ ਵੀ ਜ਼ਿਆਦਾ, ਉਹਦੇ ਤੋਂ ਵੀ ਜ਼ਿਆਦਾ। ਸਭ ਸਮਾਜ ਕੋ ਗੁਰੂ ਵਧਾਈ, ਸਾਰਾ ਸਮਾਜ ਗੁਰੂ ਘਰ ਵਿੱਚ ਵੱਧ ਰਿਹਾ ਹੈ। ਕਿਸੇ ਗੱਲ ਦੀ ਤਰੁੱਟੀ ਕਮੀ ਕੋਈ ਨਹੀਂ। ਹਰ ਤਰ੍ਹਾਂ ਦੇ ਨਾਲ ਜਿਹੜਾ ਸਾਜੋ ਸਮਾਨ ਹੈ ਉਹ ਵੱਧ ਰਿਹਾ ਹੈ। ਤੇ ਵੱਧ ਵੀ ਕਿਸ ਤਰ੍ਹਾਂ? ਅਦਕ ਤੋਂ ਵੀ ਅਦਕ, ਭਾਵ ਬੜੀ ਸ਼ੀਘਰਤਾ ਨਾਲ। ਸ਼ਸਤਰ ਤੁਰੰਗਮ ਜੋ ਸਿੱਖ ਲਿਆਵੈ, ਜਿਹੜਾ ਸਿੱਖ ਸ਼ਸਤਰ ਲੈ ਕੇ ਆਉਂਦਾ ਹੈ, ਜਿਹੜਾ ਸਿੱਖ ਘੋੜਾ ਲੈ ਕੇ ਆਉਂਦਾ ਹੈ, ਅਰਪਹਿ ਆਗੈ ਸੀਸ ਨਿਵਾਵੈ, ਗੁਰੂ ਚਰਨਾਂ ਵਿੱਚ ਅਰਪਣ ਕਰਕੇ ਸਿਰ ਨਿਵਾਉਂਦਾ ਹੈ। ਹੋਏ ਪ੍ਰਸੰਨ ਦੇ ਖੁਸ਼ੀ ਕਨੇਰੀ, ਸਤਿਗੁਰੂ ਜੀ ਬੜੇ ਪ੍ਰਸੰਨ ਹੁੰਦੇ, ਬੇਅੰਤ ਖੁਸ਼ੀਆਂ ਸਿੱਖਾਂ ਨੂੰ ਦਿੰਦੇ ਜਿਹੜੇ ਘੋੜਾ ਤੇ ਜਾਂ ਸ਼ਸਤਰ ਲਿਆਉਂਦਾ। ਪੁਰ ਵਹਿ ਤਿਸ ਅਬਿਲਾਖ ਬਡੇਰੀ, ਅਤੇ ਇਸੇ ਤਰ੍ਹਾਂ ਫਿਰ ਪੁਰਵਹਿ ਨਹੀਂ, ਪੁਰਵਹਿ ਨਾਮ ਪੂਰਨ ਕਰਦੇ ਅਬਿਲਾਖ ਬਡੇਰੀ, ਵੱਡੀਆਂ ਵਿਲਾਖਾਂ ਇੱਛਾਵਾਂ। ਦੂਰ ਦੂਰ ਤੇ ਨਿਤ ਸਿੱਖ ਆਵਹਿ, ਦੂਰ ਦੂਰ ਤੋਂ ਚੱਲ ਕੇ, ਦੂਰ ਦੁਰਾਡਿਆਂ ਦੇ ਇਲਾਕਿਆਂ ਤੋਂ ਨਿਤਾ ਪ੍ਰਤੀ ਸਿੱਖ ਸੰਗਤਾਂ ਆਉਂਦੀਆਂ। ਦਰਸਹਿ ਗੁਰੂ ਆਨੰਦ ਉਪਾਵਹਿ, ਸਤਿਗੁਰਾਂ ਦੇ ਦਰਸ਼ਨ ਕਰਦੀਆਂ ਸੰਗਤਾਂ ਮਨ ਵਿੱਚ ਬੜਾ ਆਨੰਦ ਪੈਦਾ ਹੁੰਦਾ, ਖੁਸ਼ੀ ਖੇੜਾ ਹੁੰਦਾ। ਸ੍ਰੀ ਮੁਖ ਤੇ ਸਭ ਮਹਿ ਫਰਮਾਵੈ, ਸੁਭਾਏਮਾਨ ਮੁਖਾਰਬਿੰਦ ਵਿੱਚੋਂ ਸਤਿਗੁਰੂ ਜੀ ਫਰਮਾਉਂਦੇ ਹੈ ਆਯੁਧ ਕੋ ਲੈ ਕਰ ਆਵੈ, ਇਹ ਭਾਈ ਗੁਰਸਿੱਖੋ, ਜਿਹੜਾ ਗੁਰੂ ਦਾ ਸਿੱਖ ਘੋੜਾ ਲੈ ਕੇ ਆਵੇਗਾ ਗੁਰੂ ਘਰ ਵਿੱਚ ਅਰਪਣ ਕਰਨ ਵਾਸਤੇ, ਜਿਹੜਾ ਗੁਰੂ ਕਾ ਸਿੱਖ ਸੋਹਣਾ ਸ਼ਸਤਰ ਲੈ ਕੇ ਆਵੇਗਾ ਗੁਰੂ ਘਰ ਵਿੱਚ ਅਰਪਣ ਕਰਨ ਵਾਸਤੇ, ਸੋ ਸਿੱਖ ਖੁਸ਼ੀ ਗੁਰੂ ਕੀ ਲੈ ਹੈ, ਉਹ ਸਿੱਖ ਗੁਰਾਂ ਦੀਆਂ ਵਿਸ਼ੇਸ਼ ਤੇ ਵੱਡੀਆਂ ਖੁਸ਼ੀਆਂ ਹਾਸਲ ਕਰੇਗਾ। ਮਨ ਬਾਸ਼ਤ ਪੁਨ ਕਿਉ ਨਹਿ ਪੈ ਹੈ, ਜਿਹਨੂੰ ਗੁਰੂ ਦੀਆਂ ਖੁਸ਼ੀਆਂ ਮਿਲ ਗਈਆਂ ਉਹਨੂੰ ਮਨੋਵਾਂਛਿਤ ਫਲ ਕਿਉਂ ਨਹੀਂ ਪ੍ਰਾਪਤ ਹੋਣਗੇ? ਉਹਨੂੰ ਤੇ ਮਨੋਵਾਂਛਿਤ ਵਰ ਮਿਲਣਗੇ। ਦੇਸ਼ ਵਿਦੇਸ਼ ਵਿਖੈ ਵਿਦਤਾਈ, ਇਹ ਗੱਲ ਦੇਸ਼ਾਂ ਵਿਦੇਸ਼ਾਂ 'ਚ ਪ੍ਰਗਟ ਹੋ ਗਈ ਕਿ ਸਤਿਗੁਰੂ ਜੀ ਘੋੜੇ ਤੇ ਸ਼ਸਤਰ ਤੋਂ ਪ੍ਰਸੰਨ ਹੁੰਦੇ ਆ। ਧਨ ਖਰਚਾ ਹੈ ਸਿੱਖ ਜਿਤ ਕਿਤ ਜਾਈ, ਜਿੱਥੇ ਕਿਤੇ ਜਾ ਕੇ ਸਿੱਖ ਧਨ ਖਰਚਦੇ ਆ। ਹੈ ਆਯੁਧ ਖੋਜਹਿ ਫਿਰ ਕਨੇ, ਅਨੇਕ ਸਥਾਨਾਂ ਤੇ ਭ੍ਰਮਣ ਕਰਕੇ ਤੇ ਘੋੜੇ ਜਿਹੜੇ ਆ ਉਹਨਾਂ ਨੂੰ ਖੋਜਦੇ ਆ, ਬੇਸ਼ਕੀਮਤੀ ਸ਼ਸਤਰ ਜਿਹੜੇ ਆ ਉਹਨਾਂ ਨੂੰ ਲੱਭਦੇ ਆ। ਅਰਪਹਿ ਆਨ ਪ੍ਰੇਮ ਪਗ ਸਨੇ, ਗੁਰੂ ਚਰਨਾਂ ਦੇ ਪ੍ਰੇਮ ਦੇ ਵਿੱਚ ਭਿੱਜੇ ਗੁਰਸਿੱਖਾ ਗੁਰੂ ਚਰਨਾਂ ਵਿੱਚ ਭੇਟਾ ਕਰਦੇ ਆ। ਦਿਨ ਪ੍ਰਤ ਹੋਏ ਉਤਸਾਹ ਵਿਸਾਲਾ, ਪ੍ਰਤੀ ਦਿਨ ਗੁਰੂ ਘਰ ਵਿੱਚ ਬੜਾ ਵੱਡਾ ਉਤਸ਼ਾਹ ਹੁੰਦਾ ਰਹਿੰਦਾ, ਖੁਸ਼ੀਆਂ ਖੇੜੇ ਹੁੰਦੇ ਰਹਿੰਦੇ। ਆਨੰਦਪੁਰ ਸਾਹਿਬ ਨਗਰੀ ਜਿਹੜੀ ਹੈ ਇਹ ਮਾਨੋ ਖੁਸ਼ੀਆਂ ਦੇ ਚਾਰ ਚੰਨ ਲੱਗ ਗਏ ਇਸ ਨੂੰ। ਗੁਰੂ ਪਿਆਰੀ ਸਾਧ ਸੰਗਤ ਆਨੰਦਪੁਰ ਸਾਹਿਬ ਨਗਰੀ ਵਿੱਚ ਕਲਗੀਧਰ ਪਾਤਸ਼ਾਹ ਤਥਾ ਗੁਰੂ ਘਰ ਵਿੱਚ ਹੁੰਦੀਆਂ ਵੱਧਦੀਆਂ ਖੁਸ਼ੀਆਂ ਤੇ ਜੋ ਜਲਾਲ ਕਥਨੀ ਤੋਂ ਬਾਹਰਾ ਹੋ ਰਿਹਾ, ਕਥਨ ਨਹੀਂ ਕੀਤਾ ਜਾ ਸਕਦਾ। ਜਿੱਥੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਬਹੁਤ ਸੁੰਦਰ ਨਗਰੀ ਜਿਹੜੀ ਉਹ ਵਸਾਉਣੀ ਵੀ ਪ੍ਰਾਰੰਭ ਕਰ ਦਿੱਤੀ। ਭਾਵੇਂ ਪਿਤਾ ਜੀ ਨੇ ਵਸਾਈ ਹੈ ਤਦੇ ਵੀ ਇਹ ਨਵੇਂ ਸਿਰਿਓਂ ਨਗਰੀ ਦੀ ਉਸਾਰੀ ਵੀ ਜਿਹੜੀ ਉਹ ਪ੍ਰਾਰੰਭ ਕਰ ਦਿੱਤੀ ਹੋਈ ਹੈ। ਜਿੱਥੇ ਜਿੱਥੇ ਫਿਰ ਸਤਿਗੁਰੂ ਜੀ ਆਪ ਬਹੁਤ ਸ਼ਸਤਰ ਵਿਦਿਆ ਦਾ ਅਭਿਆਸ, ਘੋੜੇ ਰੱਖਣੇ, ਘੋੜਿਆਂ ਦੇ ਤਬੇਲੇ ਬਣਾ ਲਏ ਗਏ ਆ। ਐਸਾ ਐਸਾ ਜੋ ਜਲਾਲ ਵਧਿਆ ਜਿਹੜਾ ਕਥਨ ਨਹੀਂ ਕੀਤਾ ਜਾ ਸਕਦਾ। ਨਿਕਟ ਰਹਿਣ ਲਾਗੇ ਸਿੱਖ ਜਾਲਾ, ਫਿਰ ਬਹੁਤ ਸਿੱਖ ਕੋਲ ਵੀ ਰਹਿਣ ਲੱਗ ਪਏ। ਕੁਝ ਫੌਜ ਭਰਤੀ ਕਰ ਲਈ, ਕੁਝ ਕੋਲ ਰਹਿਣ ਲੱਗ ਪਏ। ਆਨੰਦਪੁਰ ਸਾਹਿਬ ਨਗਰੀ ਵਿੱਚ ਤਾਂ ਫੌਜਾਂ ਦੀ ਗਿਣਤੀ ਮਿਣਤੀ ਜਿਹੜੀ ਉਹ ਵੀ ਕਥਨ ਨਹੀਂ ਕੀਤੀ ਜਾਂਦੀ।
ਏਡੀ ਵੱਡੀ ਗਿਣਤੀ ਵਿੱਚ ਇਕੱਠ ਰਹਿੰਦਾ ਹੈ। ਸ਼ਸਤਰਨ ਵਿਦਿਆ ਕਹੋ ਅਭਿਆਸ ਤੇ ਹੈ। ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ ਕਿ ਜਿਹੜੇ ਗੁਰਸਿੱਖ ਗੁਰਾਂ ਫੌਜ 'ਚ ਰੱਖੇ ਹੈ। ਜਿਮ ਸਤਿਗੁਰ ਕੋ ਪਿਖ ਹੈ ਬਿਲਾਸ ਤੇ ਹੈ। ਜਿਸ ਤਰ੍ਹਾਂ ਸਤਿਗੁਰਾਂ ਨੂੰ ਵੇਂਦੇ ਉਸੇ ਤਰ੍ਹਾਂ ਫਿਰ ਅਭਿਆਸ ਕਰਦੇ ਵਿਲਾਸ ਕਰਦੇ ਹੈ। ਲਵਪੁਰ ਕੀ ਸੰਗਤ ਸਮੁਦਾਈ ਲਾਹੌਰ ਤੋਂ ਵੀ ਸਮੂਹ ਸਿੱਖ ਸੰਗਤਾਂ ਅਨਕ ਅਕੋਰਨ ਲੈ ਕਰ ਆਈ। ਨਾਨਾ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਲਾਹੌਰ ਤੋਂ ਸੰਗਤਾਂ ਆਈਆਂ। ਉਤਰ ਬਿਪਾਸਾ ਸਲਤਾ ਪਾਰਾ ਤੇ ਬਿਆਸਾ ਨਦੀ ਨੂੰ ਪਾਰ ਕੀਤਾ। ਲਾਹੌਰੋਂ ਆਈ ਸੰਗਤ ਨੇ ਉਲੰਘੇ ਦੁਆਬਾ ਦੇਸ਼ ਜੋ ਸਾਰਾ। ਤੇ ਦੁਆਬਾ ਦੇਸ਼ ਸਾਰਾ ਹੀ ਪਾਰ ਕੀਤਾ। ਤਦਰਵ ਤੀਰ ਤਰੀ ਕਉ ਪਾਏ। ਅਤੇ ਸਤਦਰਵ ਤੀਰ ਕਹੀਏ ਸਤਲੁਜ ਦਰਿਆ ਨੂੰ ਬੇੜੀ ਤੇ ਚੜ ਕੇ ਪਾਰ ਕੀਤਾ। ਪਾਰ ਪਰੇ ਆਨੰਦਪੁਰ ਆਏ। ਸਤਲੁਜ ਦਰਿਆ ਨੂੰ ਲੰਘ ਕੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਲਾਹੌਰ ਦੀਆਂ ਸੰਗਤਾਂ ਪਹੁੰਚੀਆਂ। ਧਰਮਸਾਲ ਮਹਿ ਡੇਰਾ ਕੀਨਾ। ਅਨੰਦਪੁਰ ਸਾਹਿਬ ਨਗਰੀ ਜਿੱਥੇ ਧਰਮਸ਼ਾਲਾ ਬਣੀ ਹੋਈ ਹੈ ਉੱਥੇ ਸੰਗਤ ਨੇ ਪੜਾਅ ਕੀਤਾ। ਭੋਜਨ ਖਾਨ ਦੇਗ ਤੇ ਲੀਨਾ। ਤੇ ਭੋਜਨ ਪ੍ਰਸ਼ਾਦਾ ਲੰਗਰ ਵਿੱਚੋਂ ਛਕਣ ਵਾਸਤੇ ਲੈ ਲਿਆ ਤੇ ਇਸ ਤਰ੍ਹਾਂ ਲਾਹੌਰ ਤੋਂ ਆਈ ਸੰਗਤ ਨੇ ਪੜਾਅ ਲਾ ਲਿਆ। ਜਬ ਸਤਿਗੁਰ ਘਰ ਬਾਹਰ ਆਏ। ਜਦੋਂ ਸਤਿਗੁਰੂ ਜੀ ਘਰ ਤੋਂ ਬਾਹਰ ਆਉਂਦੇ ਲੱਗੀ ਸਭਾ ਮਹਿ ਬੈਠ ਸੁਹਾਏ। ਦੀਵਾਨ ਸਜਦਾ ਦੀਵਾਨ ਵਿੱਚ ਬਹਿ ਕੇ ਸ਼ੋਭਾ ਦਿੰਦੇ। ਦਰਸ਼ਨ ਕੇ ਹਿਤ ਸੰਗਤ ਜੋਈ। ਜਿਹੜੀ ਸੰਗਤ ਹੈ ਉਹ ਦਰਸ਼ਨਾਂ ਦੇ ਵਾਸਤੇ ਭਾਈ ਇਕੱਤਰ ਕਿਤਕ ਦਿਨ ਸੋਈ। ਕਿੰਨੇ ਕੁ ਦਿਨਾਂ ਤੋਂ ਆ ਰਹੀ ਸੰਗਤ ਵੱਡੀ ਗਿਣਤੀ ਵਿੱਚ ਇਕੱਤਰਤ ਹੋ ਗਈ ਹੈ। ਇਸ ਤਰ੍ਹਾਂ ਲਾਹੌਰ ਤੋਂ ਵੀ ਤੇ ਹੋਰ ਵੀ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਦੀਆਂ ਵਿਲਾਖੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਪਧਾਰੀਆਂ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਦਰਸ਼ਨ ਕੇ ਹਿਤ ਸੰਗਤ ਜੋਈ। ਭਾਈ ਇਕੱਤਰ ਕਿਤਕ ਦਿਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।